Good morning, students. Your next chapter is chapter number 18, Body Fluids and Circulation. Body fluids that help in the transportation of the nutrients and waste material. ਫਲੂਇਡਸ ਜਿਹੜੇ ਤੁਹਾਡੀ ਬਾਡੀ ਦੇ ਵਿੱਚ ਨਿਊਟਰੀਐਂਟਸ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਂਦੇ ਨੇ, ਟਰਾਂਸਪੋਰਟੇਸ਼ਨ ਕਰਦੇ ਨੇ, ਅਤੇ ਵੇਸਟ ਮਟੀਰੀਅਲ ਨੂੰ ਬਾਹਰ ਕੱਢਣ ਦੇ ਵਿੱਚ ਹੈਲਪ ਕਰਦੇ ਨੇ। ਡਿਫਰੈਂਟ ਆਰਗੇਨਿਜ਼ਮ ਦੇ ਡਿਫਰੈਂਟ ਟਾਈਪਸ ਆਫ ਮੈਥਡਸ ਨੇ ਜਿਨ੍ਹਾਂ ਨਾਲ ਟਰਾਂਸਪੋਰਟੇਸ਼ਨ ਦਾ ਵਰਕ ਹੁੰਦਾ ਆ। ਸਿੰਪਲ ਆਰਗੇਨਿਜ਼ਮ ਨੇ ਜਿਵੇਂ ਸਪੰਜਸ ਅਤੇ ਸੀਲੈਂਟਰੇਟ ਆ, ਉਹਨਾਂ 'ਚ ਸਿੰਪਲ ਵਾਟਰ ਸਰਕੂਲੇਟ ਕਰਦਾ ਆ ਅਤੇ ਉਹ ਫਰੋਮ ਦੇਅਰ ਸਰਾਊਂਡਿੰਗਸ ਥਰੂ ਦੇਅਰ ਬਾਡੀ ਕੈਵਿਟੀਜ਼, ਉਹਨਾਂ ਦੀਆਂ ਬਾਡੀ ਕੈਵਿਟੀਜ਼ ਦੇ ਵਿੱਚ ਸਪੰਜਸ ਦੇ ਸਿੰਪਲ ਵਾਟਰ ਅੰਦਰ ਐਂਟਰ ਕਰਦਾ ਆ, ਨਿਊਟਰੀਐਂਟਸ ਲੈ ਕੇ ਜਾਂਦਾ ਅਤੇ ਵੇਸਟ ਮਟੀਰੀਅਲ ਲੈ ਆਉਂਦਾ। ਇਸ ਤਰ੍ਹਾਂ ਉਹ ਐਕਸਚੇਂਜ ਆਫ ਮਟੀਰੀਅਲ ਦੀ ਕਰਦਾ ਆ। ਪਰ ਮੋਰ ਕੰਪਲੈਕਸ ਆਰਗੇਨਿਜ਼ਮ ਦੇ ਵਿੱਚ ਸਪੈਸ਼ਲ ਫਲੂਇਡ ਆ, ਉਹਨਾਂ ਦੀ ਬਾਡੀ ਦੇ ਵਿੱਚ ਜਿਹੜਾ ਟਰਾਂਸਪੋਰਟੇਸ਼ਨ 'ਚ ਹੈਲਪ ਕਰਦਾ ਆ, ਉਹ ਤੁਹਾਡੇ ਕੋਲ ਹੈਗਾ ਬਲੱਡ ਐਂਡ ਲਿੰਫ। ਈਵਨ ਹਿਊਮਨ ਬੀਂਗ, ਸਾਡੇ ਵਿੱਚ ਵੀ ਦੋ ਹੀ ਮਟੀਰੀਅਲ ਨੇ, ਬਾਡੀ ਫਲੂਇਡਸ ਨੇ, ਬਲੱਡ ਐਂਡ ਲਿੰਫ, ਜਿਹੜੇ ਕਿ ਟਰਾਂਸਪੋਰਟੇਸ਼ਨ ਆਫ ਨਿਊਟਰੀਐਂਟਸ ਕਰਦੇ ਨੇ। So we will do these two. First we will start from blood. Blood ਕੀ ਆ? blood connective tissue ਆ, that is consist of ਕਾਹਦਾ ਬਣਿਆ ਹੋਇਆ? fluid matrix ਆ, plasma ਆ ਤੇ elements ਨੇ, formed elements। formed elements means ਇਹਦੇ ਵਿੱਚ group of cells ਨੇ, blood ਦੇ group of cells ਨੇ। So first we will from plasma is straw colored, means lightish yellow color ਦਾ plasma ਆ, a fluid contributing nearly 55% of the blood ਦਾ 55% ਜਿਹੜਾ ਬੋਡੀ ਦੇ ਬਲੱਡ ਦਾ ਆ ਉਹ ਪਲਾਜ਼ਮਾ ਹੀ ਬਣਾਉਂਦਾ ਆ। ਠੀਕ ਆ, ਯੈਲੋਸ਼ ਕਲਰ ਦਾ ਆ ਅਤੇ 55% ਤੁਹਾਡਾ ਇਹ ਬਣਾਉਂਦਾ ਆ, ਪਲਾਜ਼ਮਾ ਬਣਾਉਂਦਾ ਆ। 92% ਪਲਾਜ਼ਮਾ ਤੇ ਜਿਹੜਾ ਆ ਉਹਦੇ ਵਿੱਚ ਵਾਟਰ ਆ ਅਤੇ ਪ੍ਰੋਟੀਨਸ ਨੇ। 92% ਵਾਟਰ ਆ, 6 to 8% ਪ੍ਰੋਟੀਨਸ ਨੇ। ਫਾਈਬਰਿਨੋਜਨ, ਗਲੋਬਿਊਲਸ ਅਤੇ ਐਲਬਿਊਮਨਸ ਮੇਨ ਪ੍ਰੋਟੀਨ ਨੇ ਜਿਹੜੀਆਂ ਕਿ ਇਹਦੇ ਵਿੱਚ ਪਲਾਜ਼ਮਾ ਦੇ ਵਿੱਚ ਪਾਈ ਜਾਂਦੀਆਂ ਨੇ। ਹੁਣ ਇਹਨਾਂ ਸਾਰਿਆਂ ਦਾ ਦੇ ਹੈਵ ਆ ਡਿਫਰੈਂਟ ਫੰਕਸ਼ਨਸ। ਫਾਈਬਰੋਜਨ ਕਾਹਦੇ ਵਾਸਤੇ ਚਾਹੀਦੀ ਆ ਸਾਨੂੰ? ਕਲੌਟਿੰਗ, ਬਲੱਡ ਦੀ ਕਲੌਟਿੰਗ ਵਾਸਤੇ ਚਾਹੀਦੀ ਆ। ਅਤੇ ਜਿਹੜੀ ਗਲੋਬਿਊਲਨਸ ਆ ਉਹ ਡਿਫੈਂਸ ਮਕੈਨਿਜ਼ਮ ਦੇ ਵਿੱਚ ਹੈਲਪ ਕਰਦੀ ਆ। ਐਲਬਿਊਮਨ ਬਾਡੀ ਦੇ ਵਿੱਚ ਆਸਮੋਟਿਕ ਬੈਲੈਂਸ ਰੱਖਦੀ ਆ। ਇਸ ਤੋਂ ਬਿਨਾਂ ਪਲਾਜ਼ਮਾ ਦੇ ਵਿੱਚ ਕੁਛ ਮਿਨਰਲਸ ਵੀ ਨੇ, ਸੋਡੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਕਲੋਰੀਨ, ਗਲੂਕੋਜ਼, ਅਮੀਨੋ ਐਸਿਡ, ਲਿਪਿਡਸ। ਕੋਐਗੂਲੇਸ਼ਨ ਔਰ ਕਲੌਟਿੰਗ ਆਫ ਬਲੱਡ ਇਜ਼ ਪ੍ਰੈਜੈਂਟ ਇਨ ਦਾ ਪਲਾਜ਼ਮਾ ਇਨ ਐਨ ਇਨਐਕਟਿਵ ਫਾਰਮ। ਜਿਹੜਾ ਕੋਐਗੂਲੇਸ਼ਨ ਵਾਲੀ ਤੁਹਾਡੀ ਪ੍ਰੋਟੀਨ ਆ ਉਹ ਇਨਐਕਟਿਵ ਫਾਰਮ ਦੇ ਵਿੱਚ ਆ। ਹੁਣ ਇਸ ਪ੍ਰੋਟੀਨ ਇਨਐਕਟਿਵ ਫਾਰਮ ਦੇ ਵਿੱਚ ਆ ਅਤੇ ਜਦੋਂ ਇਹ ਸਾਡੇ ਕੋਲ ਨਹੀਂ ਹੁੰਦੀ, ਜਿਹੜੇ ਪਲਾਜ਼ਮਾ ਦੇ ਵਿੱਚ ਕੋਐਗੂਲੇਸ਼ਨ ਪ੍ਰੋਟੀਨ ਹੈ ਨਹੀਂ, ਉਸ ਪਲਾਜ਼ਮਾ ਨੂੰ ਅਸੀਂ ਸੀਰਮ ਕਹਿੰਦੇ ਹਾਂ। ਸੀਰਮ ਜਦੋਂ ਉਹਦੇ ਵਿੱਚ ਕੋਐਗੂਲੇਸ਼ਨ ਵਾਲੀ ਪ੍ਰੋਟੀਨ ਕੱਢਤੀ। ਕੋਐਗੂਲੇਸ਼ਨ ਵਾਲੀ ਪ੍ਰੋਟੀਨ ਤੁਹਾਡੇ ਕੋਲ ਕਿਹੜੀ ਆ? ਫਾਈਬਰਿਨੋਜਨ। So next we are on the formed elements. Elements means different cells that form the blood. ਇਹ ਹੈਗਾ erythrocytes, leukocytes and platelets. They form 45% of the blood. What are erythrocytes? Erythrocytes ਸਾਡੇ red blood cells ਨੇ। ਠੀਕ ਆ, ਰੈਡ ਬਲੱਡ ਸੈਲਸ ਆਰ ਫਾਰਮਡ, ਬਣਦੇ ਕਿੱਥੇ ਨੇ ਇਹ? ਸਾਡੀ ਬੋਨ ਮੈਰੋ ਦੇ ਵਿੱਚ। ਬੋਨ ਮੈਰੋ ਕਿੱਥੇ ਪਈ ਆ? ਜਿਹੜੀਆਂ ਸਾਡੀਆਂ ਬੋਨਸ ਨੇ ਉਹਨਾਂ ਦੇ ਵਿੱਚ ਇੱਕ ਜਗ੍ਹਾ ਆ, ਸਪੇਸ ਆ, ਜਿਹਨੂੰ ਅਸੀਂ ਬੋਨ ਮੈਰੋ ਕਹਿੰਦੇ ਆ, ਸਾਡੀ ਬੋਡੀ ਦੇ ਜਿੱਥੇ ਬਲੱਡ ਸੈਲਸ ਬਣਦੇ ਆ। ਰੈਡ ਬਲੱਡ ਸੈਲਸ ਹੈਵ ਅ ਨਿਊਕਲੀਅਸ। ਇਹਨਾਂ ਦੇ ਵਿੱਚ ਮੋਸਟ ਮੈਮਲ ਦੇ ਜਿਹੜੇ ਰੈਡ ਬਲੱਡ ਸੈਲਸ ਨੇ ਉਹਨਾਂ ਦੇ ਵਿੱਚ ਨਿਊਕਲੀਅਸ ਹੁੰਦਾ ਅਤੇ ਦੇ ਆਰ ਇਨ ਦਾ ਬਾਇਕਨਕੇਵ ਸ਼ੇਪ। ਦੇ ਆਰ ਰੈਡ ਕਲਰ ਦਾ ਐਂਡ ਦੇ ਆਲਸੋ ਕੰਟੇਨ ਆਇਰਨ ਕੰਟੇਨਿੰਗ ਪਿਗਮੈਂਟ। ਆਇਰਨ ਕੰਟੇਨਿੰਗ ਪਿਗਮੈਂਟ ਔਰ ਆਇਰਨ ਕੰਟੇਨਿੰਗ ਪ੍ਰੋਟੀਨ ਕਿਹੜੀ ਆ ਉਹਨਾਂ ਕੋਲ? ਹੀਮੋਗਲੋਬਿਨ। ਤਾਂ ਕਰਕੇ ਉਹਨਾਂ ਦਾ ਨਾਮ ਰੱਖਿਆ ਗਿਆ ਰੈਡ ਬਲੱਡ ਸੈੱਲ। ਇੱਕ ਹੈਲਦੀ ਇੰਡੀਵਿਜੂਅਲ ਦੇ ਕੋਲ 100 ml ਬਲੱਡ ਦੇ ਵਿੱਚ 12 to 16 ਗ੍ਰਾਮ ਹੀਮੋਗਲੋਬਿਨ ਹੁੰਦਾ ਆ। ਜਦੋਂ ਤੁਸੀਂ ਬਲੱਡ ਟੈਸਟ ਕਰਾਉਣ ਜਾਂਦੇ ਹੋ ਦੱਸਦੇ ਆ ਨਾ ਕਿ ਤੁਹਾਡਾ ਬਲੱਡ 8 ਗ੍ਰਾਮ ਆ, ਇੰਨਾ ਗ੍ਰਾਮ ਆ, ਉਹ ਕਿੰਨੇ 'ਚ ਦੱਸਦੇ ਆ? 100 ml 100 ਮਿਲੀਲੀਟਰ ਆਫ ਬਲੱਡ ਦੇ ਵਿੱਚ ਦੱਸਦੇ ਆ ਉਹ ਤੁਹਾਨੂੰ
कि 12 to 16 ग्राम हीमोग्लोबिन होना चाहिए आ। हुण इस हीमोग्लोबिन का की काम आ, जिवें तुहानूं मैं पिछले लैसन दे विच दस्सिआ कि हीमोग्लोबिन ही आ जिहदे नाल ऑक्सीजन की ट्रांसपोर्टेशन हुंदी है साडी बॉडी दे विच। ऑक्सीजन साडी बॉडी च हीमोग्लोबिन घट होऊगा तो ऑक्सीजन घट जाऊगी, ऑक्सीजन घट जाऊ तो साडी बॉडी दे विच सानू एनर्जी घट मिलूगी डेली वर्क करने वास्ते। साडे हैड जिवें तुसीं दसदे हो साडीआं लत्तां पेन करदियां ने, बॉडी सारी पेन करदी आ। उस तो बिना पुत्तर जी इन्हां जिहड़े रैड ब्लड सैल्स ने देयर लाइफ स्पैन इज़ 120 डेज़। 120 डेज़ बाद ये खत्म हो जाते हैं तो डिस्ट्रॉय कित्थे हुंदे ने? स्पलीन दे विच, दैट इज़ आल्सो प्रेजेंट इन योर बॉडी। नैक्सट वी कम टू लीकोसाइट्स। ਲੀਕੋਸਾइट्स ने वाइट ब्लड सैल्स ने। रैड ब्लड सैल्स नूं इरिथ्रोसाइट्स कहते हैं, वाइट ब्लड सैल्स नूं लीकोसाइट्स कहते हैं। क्यों इन्हों वाइट कहते हैं? बिकॉज दे आर कलरलैस, दे हैव नो हीमोग्लोबिन। दे आर आल्सो न्यूक्लिएटेड बट देयर नंबर इज़ लैस। दीज आर जनरली शॉर्ट लिवड, बहुत थोड़े समय लिए जिउंदे ने, उस तो बाद नवे बन जाते हैं। दे आर ऑफ टू टाइप्स, ग्रैन्यूलोसिस्ट एंड ए ग्रैन्यूलोसिस्ट। न्यूट्रोफिल, एसाइनोफिल ते बेसोसिल ये तिन्ने पुत्तर जी वाइट ब्लड सैल्स किहदे पार्ट ने? ग्रैन्यूलोसिस्ट दे। लिम्फोसाइट्स ते मोनोसाइट्स ये ग्रैन्यूलोसिस्ट दे ने। न्यूट्रोफिल ते न्यूट्रोफिल आर द मोस्ट अबंडेंट सैल ऑफ द टोटल वाइट ब्लड सैल। सब तो ज़्यादा वाइट ब्लड सैल्स किहड़े ने? न्यूट्रोफिल्स ने। सब तो घट किहड़े ने? बेसोफिल्स ने। न्यूट्रोफिल ते मोनोसिस्ट का काम पुत्तर जी फैगोसाइटिक का। फैगोसाइटिक का मतलब होंदा खाना, निगलना। किनू निगलणगे फिर ये? जे थोड़ी बॉडी दे विच कोई फॉरन मटीरियल, फॉरन ऑर्गेनिज्म आ जाता है। फॉरन ऑर्गेनिज्म मीनस कोई डिजीज़ कॉजिंग, कोई डिजीज़ करने वाला ऑर्गेनिज्म आ गया लाइक वायरस, बैक्टीरिया, उन्होंने खा जाते हैं। तां ते कहते हैं कि वाइट ब्लड सैल साडी इम्यूनिटी बनाउंदे आ, सानू बचाउंदे आ डिजीज़स। उस तो बिना बेसोफिल साडी बॉडी च बहुत घट ने, पर पुत्र जी हिस्टेमाइन ते सैरोटोनिन सक्रीट करते हैं। हिस्टेमाइन की आ कि जो हिस्टेमाइन उदों रिलीज़ होंदी है जो सानू किसी चीज़ तो एलर्जी हो जाती है। मतलब कि जदों वो चीज़ प्रति असीं सेंसिटिव हाँ तो साडी बॉडी दे विच क्या कैमिकल सक्रीट होना शुरू हो जाता है, हिस्टेमाइन, जिहदे नाल तुहानूं छिक आउंदी है, इरीटेशन होंदी है। ये हैल्प करते हैं सर। दे आर इनवॉल्वड इन इनफ्लेमेटरी हो गया एलर्जी रिएक्शनस बारे तो बचाते हैं सानू। उस तो बाद थोड़े को आ गया एसाइनोफिल्स, दे आर आल्सो एसोसीएटेड विद एलर्जिक रिएक्शन। फिर लिम्फोसाइट्स ने। लिम्फोसाइट दो तरह के ने, बी ते टी। बी ते टी लिम्फोसाइट्स दोडे कादे लई जिम्मेवार ने? दे आर रिस्पोंसिबल फॉर इम्यून सिस्टम, साडे इम्यून सिस्टम स्ट्रोंग करते हैं। थर्ड नंबर ते साडे कोले आ गए प्लेटलैट्स। 1 ते असीं किते एरिथ्रोसाइट, 2 ते किते लीकोसाइट, वाइट ब्लड सैल्स। नाउ वी कम टू प्लेटलैट्स। प्लेटलैट्स नूं असीं आल्सो कॉल द थ्रोम्बोसिस्ट। थ्रोम्बोसिस्ट भी कहने हैं। प्लेटलैट्स का मेन काम की है? कोएगुलेशन ऑफ ब्लड, ब्लड क्लॉटिंग दे विच हैल्प करता है। इन्हां दे जे नंबर रिडक्शन इन देयर नंबर, जे इन्हां दा नंबर घट जाए तो क्लॉटिंग ऑफ ब्लड रुक जाता, एक्सैसिव ब्लड लॉस हो जाता बॉडी के विचों। दीज आर द सैल्स ऑफ द ब्लड। ब्लड बनया हुआ तुहाडा प्लाजमा ते फॉर्मड एलीमेंट्स, फ्लूइड मैट्रिक्स दा। प्लाजमा बारे तुहानूं दसदा भी कि की आ, येलोइश कलर का फ्लूइड आ। फिर ब्लड के सैल्स दस